ਹੈਲੋ ਸਟੂਡੈਂਟਸ, ਪਿਛਲੀਆਂ ਵੀਡੀਓਜ਼ ਦੇ ਵਿੱਚ ਅਸੀਂ ਮਾਈਕਰੋ ਸਕਿੱਲਸ ਦੀ ਗੱਲ ਕੀਤੀ ਸੀ। ਅੱਗੇ ਅਸੀਂ ਕਰ ਰਹੇ ਹਾਂ ਮੈਕਰੋ ਲੈਸਨ ਪਲਾਨਿੰਗ, ਮੈਕਰੋ ਔਰ ਕੰਪੋਜ਼ਿਟ ਲੈਸਨ ਪਲਾਨਿੰਗ। ਸਭ ਤੋਂ ਪਹਿਲਾਂ ਅਸੀਂ ਇੱਥੇ ਕਰਾਂਗੇ ਕਿ ਪਲੈਨਿੰਗ ਹੁੰਦੀ ਕੀ ਹੈ। ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਪਲੈਨਿੰਗ ਦੀ ਜ਼ਰੂਰਤ ਹੈ। ਤਾਂ ਪਲੈਨਿੰਗ ਕੀ ਹੈ? ਪਲੈਨਿੰਗ ਇਜ਼ ਅ ਸਿਸਟਮੈਟਿਕ ਪ੍ਰੋਸੈਸ ਆਫ deciding what and how things should be done. The success of every worker is ensured if the work is carefully and properly planned. ਕੰਮ ਦੀ ਸਾਡੀ ਸਕਸੈਸਫੁਲਨੈਸ ਉਹਦੀ ਨਿਸ਼ਚਿਤ ਹੋ ਜਾਂਦੀ ਆ ਜਦੋਂ ਅਸੀਂ ਪਲੈਨਿੰਗ ਨਾਲ ਕੰਮ ਕਰਦੇ ਹਾਂ। ਵਿਦਾਊਟ ਪਲੈਨਿੰਗ ਇਟ ਜਸਟ like a sailor who doesn't know his destination. So a teacher must plan and prepare his work. A lesson plan is actually a plan of action which includes ਲੈਸਨ ਪਲਾਨ ਐਕਚੁਅਲੀ ਕੀ ਆ? ਇੱਕ ਐਕਸ਼ਨ ਕਰਨ ਵਾਲਾ ਪਲਾਨ ਆ ਜਿਹਦੇ 'ਤੇ ਕਿ ਐਕਸ਼ਨ ਕੀਤਾ ਜਾ ਸਕੇ, ਜਿਹਦੇ ਵਿੱਚ ਸ਼ਾਮਿਲ ਹੁੰਦਾ ਏ ਵਰਕਿੰਗ ਫਿਲਾਸਫੀ ਆਫ ਦਾ ਟੀਚਰ, ਅਧਿਆਪਕ ਦੀ ਦਾਰਸ਼ਨਿਕਤਾ। ਕੀ ਕੰਮ ਕਰ ਰਹੀ ਹੈ ਅਧਿਆਪਕ ਦੀ ਦਾਰਸ਼ਨਿਕਤਾ ਜਿਹੜਾ ਵੀ ਲੈਸਨ ਪਲਾਨ ਕਰ ਰਿਹਾ? ਇਨਫੋਰਮੇਸ਼ਨ ਐਂਡ ਅੰਡਰਸਟੈਂਡਿੰਗ ਆਫ ਦਾ ਸਟੂਡੈਂਟਸ, ਬੱਚਿਆਂ ਦੀ ਅੰਡਰਸਟੈਂਡਿੰਗ ਅਤੇ ਉਹਨਾਂ ਬਾਰੇ ਇਨਫੋਰਮੇਸ਼ਨ ਬਹੁਤ ਜ਼ਰੂਰੀ ਆ। ਦਾ ਓਬਜੈਕਟਿਵਸ ਆਫ ਐਜੂਕੇਸ਼ਨ, ਓਬਜੈਕਟਿਵਸ ਪੂਰੇ ਹੋ ਰਹੇ ਨੇ, ਐਜੂਕੇਸ਼ਨ ਦਾ ਮੋਟਿਵ ਪੂਰਾ ਹੋ ਰਿਹਾ। ਨੌਲੇਜ ਆਫ ਮਟੀਰੀਅਲ ਟੂ ਬੀ ਟੌਟ, ਜੋ ਮਟੀਰੀਅਲ ਪੜ੍ਹਾਇਆ ਜਾਣਾ ਹੈ ਸਬਜੈਕਟ ਮੈਟਰ ਦੀ ਨੌਲੇਜ। ਫਿਰ ਹੈਗਾ ਐਬਿਲਿਟੀ ਟੂ ਯੂਜ਼ ਇਫੈਕਟਿਵ ਮੈਥਡਸ ਆਫ ਟੀਚਿੰਗ। ਅੱਗੇ ਅਸੀਂ ਕਰਾਂਗੇ, ਅਸੀਂ ਲੈਸਨ ਪਲਾਨ ਨੂੰ ਹੋਰ ਕੀ ਕਹਿ ਸਕਦੇ ਹਾਂ ਛੋਟੇ ਸ਼ਬਦਾਂ ਦੇ ਵਿੱਚ? ਇੱਕ ਬਲਿਊ ਪ੍ਰਿੰਟ ਆ ਇਹ ਟੀਚਿੰਗ ਦਾ, ਗਾਈਡ ਮੈਪ ਫॉर ਐਕਸ਼ਨ ਹੈ, ਇਲਾਸਟਿਕ ਬਟ ਸਿਸਟਮੈਟਿਕ ਅਪਰੋਚ, ਮੈਂਟਲ ਐਂਡ ਇਮੋਸ਼ਨਲ ਵਿਜ਼ੂਅਲਾਈਜੇਸ਼ਨ ਆਫ ਦਾ ਕਲਾਸਰੂਮ ਐਕਸਪੀਰੀਅੰਸ। ਤਾਂ ਇਸ ਤਰ੍ਹਾਂ ਨਾਲ ਲੈਸਨ ਪਲਾਨ ਆ ਜਿਹੜਾ ਉਹ ਅਧਿਆਪਕ ਲਈ ਅਤਿਅੰਤ ਮਹੱਤਵਪੂਰਨ ਆ। ਪਲੈਨਿੰਗ ਸਾਰੇ ਖੇਤਰਾਂ ਲਈ ਮਹੱਤਵਪੂਰਨ ਆ, ਪਰ ਅਸੀਂ ਛੋਟੇ ਛੋਟੇ ਬੱਚਿਆਂ ਨਾਲ ਡੀਲ ਕਰਨਾ ਹੈ ਤਾਂ ਅਧਿਆਪਕ ਲਈ ਜਿਹੜਾ ਕਲਾਸ 'ਚ ਜਾਣ ਤੋਂ ਪਹਿਲਾਂ ਮੈਂਟਲੀ ਪ੍ਰੀਪੇਅਰ ਅਧਿਆਪਕ ਹੋਣਾ ਚਾਹੀਦਾ ਕਿ ਮੈਂ ਪੜ੍ਹਾਉਣਾ ਕੀ ਆ, ਪ੍ਰੋਬਲਮ ਨੂੰ ਹੈਂਡਲ ਕਿਵੇਂ ਕਰਨਾ ਹੈ, ਬੱਚਿਆਂ ਨੂੰ ਡਿਸਿਪਲਿਨ 'ਚ ਕਿਵੇਂ ਰੱਖਣਾ ਹੈ, ਐਜੂਕੇਸ਼ਨ ਦੇ ਮੋਟਿਵ ਨੇ ਜਿਹੜੇ ਉਹ ਕਿਵੇਂ ਪ੍ਰਾਪਤ ਕਰਨੇ ਨੇ, ਕਿਸ ਢੰਗ ਨਾਲ ਮੈਂ ਇੰਟਰਸਟਿੰਗ ਟੀਚਿੰਗ ਆ ਜਿਹੜੀ ਉਹ ਬੱਚਿਆਂ ਨੂੰ ਕਰਵਾਉਣੀ ਆ। ਅੱਗੇ ਅਸੀਂ ਕਰਾਂਗੇ ਸਟੇਜਿਸ ਆਫ ਮੈਕਰੋ ਲੈਸਨ ਪਲੈਨਿੰਗ। ਜਿਹੜੀ ਮੈਕਰੋ ਲੈਸਨ ਪਲੈਨਿੰਗ ਆ ਉਹਦੀਆਂ 3 ਸਟੇਜਿਸ ਨੇ। 3 ਸਟੇਜਿਸ ਦੇ ਵਿੱਚ ਦੀ ਲੰਘ ਕੇ ਜਿਹੜੀ ਮੈਕਰੋ ਲੈਸਨ ਪਲਾਨਿੰਗ ਆ ਉਹ ਪੂਰੀ ਹੁੰਦੀ ਹੈ। ਪਹਿਲੀ ਸਟੇਜ ਹੈਗੀ ਸਾਡੇ ਕੋਲ ਪ੍ਰੀ ਟੀਚਿੰਗ ਪਲੈਨਿੰਗ, ਪੜ੍ਹਾਉਣ ਤੋਂ ਪਹਿਲਾਂ ਦੀ ਪਲੈਨਿੰਗ। ਫਿਰ ਹੈਗੀ ਪਲੈਨਿੰਗ ਡਿਊਰਿੰਗ ਟੀਚਿੰਗ, ਪੜ੍ਹਾਉਣ ਦੇ ਦੌਰਾਨ ਜਿਹੜੀ ਆ ਪਲੈਨਿੰਗ। ਫਿਰ ਹੈਗੀ ਸਾਡੇ ਕੋਲ ਪੋਸਟ ਟੀਚਿੰਗ ਪਲੈਨਿੰਗ, ਪੜ੍ਹਾਉਣ ਤੋਂ ਬਾਅਦ ਕੀ ਪਲੈਨਿੰਗ ਆ, ਕੀ ਕੀ ਚੀਜ਼ਾਂ ਨੇ ਜਿਹੜੀਆਂ ਅਧਿਆਪਕ ਨੇ ਦੇਖਣੀਆਂ ਨੇ। ਤਾਂ ਪਹਿਲੀ ਪਲੈਨਿੰਗ ਦੇਖਦੇ ਹਾਂ ਅਸੀਂ ਪ੍ਰੀ ਟੀਚਿੰਗ ਦੇ ਵਿੱਚ ਕੀ ਆਉਂਦਾ ਏ। ਸਭ ਤੋਂ ਪਹਿਲਾਂ ਆਏਗਾ ਪ੍ਰੈਪਰੇਸ਼ਨ ਆਫ ਦਾ ਟੋਪਿਕ, ਜੋ ਵੀ ਤੁਸੀਂ ਟੋਪਿਕ ਪ੍ਰੀਪੇਅਰ ਕਰਨਾ ਹੈ ਉਹ ਰਿਟਨ ਰੂਪ ਦੇ ਵਿੱਚ। ਮੈਥਡਸ ਔਰ ਟੈਕਨੀਕਸ ਕੀ ਯੂਜ਼ ਕਰਨੇ ਨੇ ਪੜ੍ਹਾਉਂਦੇ ਸਮੇਂ, ਟੀਚਿੰਗ ਏਡ ਕਿਹੜੀ ਵਰਤਣੀ ਆ, ਪੋਸੀਬਲ ਕੁਐਸਚਨਸ ਨੇ ਉਹ ਕਿਹੜੇ ਪੁੱਟ ਕਰਨੇ ਨੇ, ਕਿਹੜੇ ਕੁਐਸਚਨ ਨੇ ਉਹ ਤੁਸੀਂ ਕਲਾਸ 'ਚ ਬੱਚਿਆਂ ਨੂੰ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਪ੍ਰੀ ਪਲਾਨਿੰਗ ਤੋਂ ਬਾਅਦ ਪਲਾਨਿੰਗ ਡਿਊਰਿੰਗ ਟੀਚਿੰਗ, ਮੈਨੇਜਮੈਂਟ ਆਫ ਚਾਕਬੋਰਡ, ਚਾਕਬੋਰਡ ਨੂੰ ਕਿਵੇਂ ਮੈਨੇਜ ਕਰਨਾ ਹੈ, ਕਿਸ ਟਾਈਮ ਲਿਖਣਾ ਹੈ, ਪ੍ਰੈਜੈਂਟੇਸ਼ਨ ਆਫ ਦਾ ਟੋਪਿਕ, ਕਿਹੜੀ ਸਕਿੱਲ ਜਿਹੜੀ ਆ ਉਹ ਵਰਤ ਕੇ ਕੁਐਸਚਨਿੰਗ, ਐਕਸਪਲੇਨਿੰਗ, ਜੋ ਵੀ ਸਕਿੱਲਸ ਤੁਹਾਡੀਆਂ ਹੈਗੀਆਂ ਨੇ ਕਿਹੜੀਆਂ
ਐਗਜ਼ਾਮਪਲਸ ਰਾਹੀਂ ਸਮਝਾਉਣਾ ਬੱਚਿਆਂ ਨੂੰ, ਤਾਂ ਸਾਰੇ ਇਹ ਚੀਜ਼ ਜਿਹੜੀ ਆ ਪ੍ਰੈਜੈਂਟੇਸ਼ਨ ਆਫ ਦਾ ਟੌਪਿਕ ਦੇ ਵਿੱਚ ਆਊਗੀ। ਫਿਰ ਹੈਗਾ ਸਿਸਟੇਮੈਟਿਕਲੀ ਅਰੇਂਜ ਆਡੀਓ ਵਿਜ਼ੂਅਲ ਏਡਸ। ਸਿਸਟੇਮੈਟਿਕਲੀ ਕਿਵੇਂ ਅਰੇਂਜਮੈਂਟ ਕਰਨਾ ਆਡੀਓ ਵਿਜ਼ੂਅਲ ਏਡਸ ਦਾ ਟੌਪਿਕ ਦੇ ਨਾਲ ਨਾਲ। ਫਿਰ ਹੈਗਾ ਪ੍ਰੋਗਰੈਸ ਆਫ ਲੈਸਨ ਨੂੰ ਵੀ ਅੱਗੇ ਵਧਾਉਣਾ ਇਸ ਫੇਜ਼ ਦੇ ਵਿੱਚ। ਫਿਰ ਮੇਨਟੇਨ ਆਫ ਡਿਸਿਪਲਿਨ ਨੂੰ ਮੇਨਟੇਨ ਕਰਕੇ ਰੱਖਣਾ ਹੈ। ਜੋ ਵੀ ਬੱਚਿਆਂ ਨੂੰ ਪ੍ਰੋਬਲਮ ਆਉਂਦੀਆਂ ਨੇ ਤਾਂ ਪ੍ਰੋਬਲਮ ਹੈਂਡਲਿੰਗ ਜਿਹੜੀ ਟੈਕਨੀਕ ਆ ਉਹ ਇੱਥੇ ਵਰਤਣੀ ਆ, ਕਿਵੇਂ ਤੁਸੀਂ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹੋ ਡਿਊਰਿੰਗ ਟੀਚਿੰਗ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਪੋਸਟ ਟੀਚਿੰਗ ਫੇਜ਼, ਜਿਹਦੇ ਵਿੱਚ ਅਚੀਵਮੈਂਟ ਆਫ ਦ ਗੋਲਸ, ਜੋ ਵੀ ਗੋਲਸ ਮਿੱਥੇ ਗਏ ਨੇ ਤੁਹਾਡੇ ਲੈਸਨ ਪਲਾਨ ਦੇ, ਕੀ ਤੁਸੀਂ ਉਹ ਪ੍ਰਾਪਤ ਕਰ ਲਏ। ਪਲੈਨਿੰਗ ਆਫ ਕਰੈਕਸ਼ਨ ਵਰਕ ਡਨ ਬਾਏ ਦਾ ਸਟੂਡੈਂਟ, ਬੱਚਿਆਂ ਰਾਹੀਂ ਜੋ ਕਾਪੀਆਂ 'ਤੇ ਰਿਟਨ ਵਿੱਚ ਤੁਹਾਨੂੰ ਦਿੱਤਾ ਗਿਆ ਹੈ ਉਸ ਨੂੰ ਕਰੈਕਟ ਕਰਨਾ, ਕਰੈਕਸ਼ਨ ਵਰਕ ਕਰਨਾ। ਤਾਂ ਉਸ ਲਈ ਕੀ ਪਲੈਨਿੰਗ ਕੀਤੀ ਆ। ਪ੍ਰੈਪਰੇਸ਼ਨ ਆਫ ਐਕਸਰਸਾਈਜ਼ ਫਾਰ ਇੰਪਰੂਵਮੈਂਟ, ਜਿਹੜੀਆਂ ਐਕਸਰਸਾਈਜ਼ ਨੇ ਇੰਪਰੂਵਮੈਂਟ ਲਈ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਤੁਹਾਡਾ ਕੀ ਪਲੈਨਿੰਗ ਆ। ਹੋਮ ਅਸਾਈਨਮੈਂਟਸ ਤੁਸੀਂ ਕਿਸ ਤਰ੍ਹਾਂ ਦੀਆਂ ਦੇਣੀਆਂ ਨੇ। ਤਾਂ ਇਸ ਤਰ੍ਹਾਂ ਨਾਲ ਕੀ ਹੈ ਇਹ ਜਿਹੜਾ ਲੈਸਨ ਪਲੈਨਿੰਗ ਦੇ ਫੇਜ਼ ਨੇ ਉਹ ਖਤਮ ਹੋਣਗੇ। ਤਾਂ ਜਦੋਂ ਵੀ ਲੈਸਨ ਪਲੈਨਿੰਗ ਕਰਨਾ ਇਹ ਤਿੰਨੇ ਤਰੀਕਿਆਂ ਨਾਲ ਅਸੀਂ ਸੋਚ ਕੇ ਕਰਨਾ ਹੈ। ਦੇਖੋ ਕੁਛ ਗੱਲਾਂ ਟੀਚਿੰਗ 'ਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਉਹ ਡਿਊਰਿੰਗ ਟੀਚਿੰਗ ਹੀ ਸਾਡੇ ਸਾਹਮਣੇ ਆਉਂਦੀਆਂ ਨੇ। ਤਾਂ ਅਧਿਆਪਕ ਆ ਜਿਹੜਾ ਉਹ ਜ਼ਰੂਰੀ ਨਹੀਂ ਕਿ ਜੋ ਉਹਨੇ ਪਲੈਨਿੰਗ ਕੀਤੀ ਹੋਈ ਹੈ ਸੇਮ ਟੂ ਸੇਮ ਉਵੇਂ ਹੀ ਕਰੇਗਾ। ਪਲੈਨਿੰਗ ਤਾਂ ਇੱਕ ਬਲਿਊ ਪ੍ਰਿੰਟ ਆ ਜਿਹਨੂੰ ਧਿਆਨ 'ਚ ਰੱਖਦੇ ਹੋਏ ਅਧਿਆਪਕ ਆ ਜਿਹੜਾ ਉਹ ਆਪਣਾ ਕੰਮ ਕਰੇਗਾ। 19-21 ਦਾ ਇਹ ਕਹਿ ਸਕਦੇ ਹਾਂ ਕਿ ਅਸੀਂ ਕੁਛ ਜੋ ਅਸੀਂ ਪਲਾਨ ਕੀਤਾ ਹੋਇਆ ਉਹ ਰਹਿ ਵੀ ਸਕਦਾ ਹੈ, ਜੋ ਨਹੀਂ ਪਲਾਨ ਕੀਤਾ ਹੋਇਆ ਅਸੀਂ ਉਹ ਐਕਸਟਰਾ ਵੀ ਐਡ ਕਰ ਸਕਦੇ ਹਾਂ ਆਪਣੀ ਟੀਚਿੰਗ। ਤਾਂ ਇਹ ਸਾਰੀ ਚੀਜ਼ ਬੱਚਿਆਂ ਦੇ ਉੱਤੇ ਡਿਪੈਂਡ ਕਰਦੀ ਆ ਕਿ ਉਹ ਤੁਹਾਡੀ ਟੀਚਿੰਗ ਦੇ ਵਿੱਚ ਤੁਹਾਡਾ ਕਿੱਡਾ ਸਹਿਯੋਗ ਦਿੰਦੇ ਨੇ, ਤੁਹਾਨੂੰ ਕੋਆਪਰੇਟ ਕਰਦੇ ਨੇ, ਇਨਡਿਸਿਪਲਿਨ ਕ੍ਰੀਏਟ ਕਰਦੇ ਨੇ, ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਕਲਾਸਰੂਮ ਦੀਆਂ ਤੁਹਾਨੂੰ ਆਉਂਦੀਆਂ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ। ਤਾਂ ਇਹ ਸਾਰੀ ਚੀਜ਼ ਆ ਜਿਹੜੀ ਉਹ ਡਿਊਰਿੰਗ ਟੀਚਿੰਗ ਵਾਲੇ ਫੇਜ਼ ਦੇ ਵਿੱਚ ਆਏਗੀ। ਤਾਂ ਇਸ ਦੀ ਪਲਾਨਿੰਗ ਆ ਜਿਹੜੀ ਉਹ ਅਸੀਂ ਨਹੀਂ ਕਰ ਸਕਦੇ, ਪਰ ਜਿਹੜਾ ਇਹ ਐਕਚੁਅਲ 'ਚ ਜਿਹੜੇ ਸੀਨ ਨੇ ਉਹ ਕ੍ਰੀਏਟ ਹੁੰਦੇ ਨੇ। ਤਾਂ ਇਹ ਸਾਰੀ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਅਧਿਆਪਕ ਕੀ ਆ ਆਪਣੇ ਲੈਸਨ ਦੀ ਪਲਾਨਿੰਗ ਕਰੇਗਾ। ਤਾਂ ਮੈਨੂੰ ਲੱਗਦਾ ਕਿ ਮੈਕਰੋ ਲੈਸਨਸ ਬਣਾਉਣ ਤੋਂ ਪਹਿਲਾਂ ਤੁਸੀਂ ਇਸ ਬਾਰੇ ਚੰਗੀ ਤਰ੍ਹਾਂ ਜਾਣ ਸਕੋਗੇ। ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਅੱਗੇ ਫਿਰ ਮਿਲਦੇ ਹਾਂ। ਓਕੇ।